ਮਿਸਿਸ ਗ੍ਰੈਂਡ ਇੰਟਰਨੈਸ਼ਨਲ ਦੇ ਵਿੱਚ ਜਿਹਦੇ 'ਚ ਮੈਨੂੰ ਲਾਈਕ ਆਮ ਅ ਵਿਨਰ ਦੇਅਰ। ਮੈਂ ਹੁਣੇ ਥੋੜੀ ਦੇਰ ਪਹਿਲੇ ਵੀ ਗੱਲ ਕਰਦੀ ਪਈ ਸੀ, ਮੈਨੂੰ ਅੱਜ ਵੀ ਯਾਦ ਹੈ ਜੀ 1994 ਦੇ ਵਿੱਚ ਜਦੋਂ ਸੁਸ਼ਮਿਤਾ ਸੈਨ ਮਿਸ ਵਰਲਡ ਬਣੇ ਸੀਗੇ। ਮੈਂ 5th ਜਾਂ 6th ਕਲਾਸ 'ਚ ਸੀਗੀ, ਟੀਵੀ ਦੇ ਸਾਹਮਣੇ ਬੈਠੀ ਸੀਗੀ ਜਦੋਂ ਉਹਨਾਂ ਨੂੰ ਕਰਾਊਨ ਪਹਿਨਾਇਆ ਗਿਆ ਔਰ ਉਹ ਦਿਨ ਮੈਨੂੰ ਅੱਜ ਵੀ ਭੁੱਲਦਾ ਨਹੀਂ। ਔਰ ਉਸ ਦਿਨ ਮੈਂ ਸੋਚਿਆ ਸੀਗਾ ਕਿ ਮੈਂ ਵੀ ਕੁਝ ਇਦਾਂ ਦਾ ਕਰਨਾ ਹੈ। ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਜਿਸ ਵਕਤ ਉਹਨਾਂ ਨੇ ਮੇਰੇ ਸਿਰ ਤੇ ਤਾਜ ਰੱਖਿਆ ਸੀ ਨਾ, ਤੁਸੀਂ ਮੇਰੀ ਫੋਟੋਜ਼ ਦੇਖੋਗੇ ਮੇਰਾ ਇਦਾਂ ਸੀਗਾ ਹੱਥ ਔਰ ਮੈਂ ਫੀਲ ਕਰ ਪਾ ਰਹੀ ਸੀਗੀ ਔਰ ਮੈਂ ਫਲੈਸ਼ਬੈਕ ਚਲੀ ਗਈ 1994। ਮੇਰਾ ਮੰਨਣਾ ਹੈ ਕਿ ਵਿਆਹ ਹੋ ਜਾਣ ਦੇ ਬਾਅਦ, ਬੱਚੇ ਹੋ ਜਾਣ ਦੇ ਬਾਅਦ ਠੀਕ ਹੈ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਤੁਹਾਡੇ ਤੇ ਰਿਸਪੌਂਸਿਬਿਲਿਟੀਜ਼ ਬਹੁਤ ਹੋਰ ਜ਼ਿਆਦਾ ਆ ਜਾਂਦੀਆਂ ਨੇ, ਪਰ ਉਹਦੇ ਬਾਅਦ ਵੀ ਆਪਣੇ ਆਪ ਲਈ ਜੀਣਾ ਨਹੀਂ ਛੱਡਣਾ ਚਾਹੀਦਾ। ਜਦੋਂ ਉਹਨਾਂ ਨੇ ਬੋਲਿਆ ਇੰਡੀਆ, ਮੇਰੇ ਗੂਜ਼ ਬੰਪਸ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਤੁਸੀਂ ਮੇਰੇ ਵੀਡੀਓ 'ਚ ਦੇਖੋਗੇ ਮੇਰਾ ਰਿਐਕਸ਼ਨ, ਆਈ ਜਸਟ ਲਵਡ ਇਟ। ਐਂਡ ਜਦੋਂ ਮੈਂ ਅੱਗੇ ਗਈ ਹਾਂ ਔਰ ਮੈਂ ਦੱਸ ਨਹੀਂ ਸਕਦੀ ਕਿ ਇਹ ਮੇਰਾ ਸੁਪਨਾ ਸੀਗਾ। ਪੰਜਾਬ ਦੀ ਧੀਆਂ ਨੇ ਦੁਨੀਆ ਭਰ ਦੇ ਵਿੱਚ ਮੱਲਾਂ ਮਾਰੀਆਂ ਨੇ ਤੇ ਅੱਜ ਅੰਮ੍ਰਿਤਸਰ ਦੀ ਇੱਕ ਧੀ ਇੱਕ ਵੱਡਾ ਇਨਾਮ ਜਿੱਤ ਕੇ ਆਈ ਹੈ। ਤਾਂ ਇਨਾਮ ਜਿੱਤ ਕੇ ਉਹਨੇ ਘਰ 'ਚ ਕੰਮ ਕਰਨ ਵਾਲੀ ਮਹਿਲਾਵਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਤਾਂ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਖੂਬਸੂਰਤ ਕਰਾਊਨ ਜਿਹੜਾ ਹੈ ਇਸ ਲੜਕੀ ਦੇ ਮੱਥੇ ਤੇ ਹੈ ਤੇ ਪੰਜਾਬ ਨੂੰ ਸ਼ਾਇਦ ਇੱਕ ਚਮਕਾਉਣ ਵਾਲੀ ਗੱਲ ਇਸ ਉਹਨਾਂ ਵੱਲੋਂ ਕੀਤੀ ਗਈ ਹੈ। ਤਾਂ ਮਿਸਿਸ ਗ੍ਰੈਂਡ ਐਂਬੈਸਡਰ ਤੁਸੀਂ ਦੇਖ ਸਕਦੇ ਹੋ ਕਿੰਨੇ ਪ੍ਰਾਊਡ ਦੇ ਨਾਲ ਅੱਜ ਆਪਣਾ ਇਸ ਕਲਾਸਿਕ ਜਿਹੜੀ ਕੈਟਾਗਰੀ ਸੀ ਤੇ ਉਹਦੇ ਵਿੱਚ ਜਿੱਤ ਹਾਸਲ ਕਰਕੇ ਆਏ ਨੇ, ਮਿਸਿਸ ਗ੍ਰੈਂਡ ਇੰਟਰਨੈਸ਼ਨਲ ਬਣੇ ਨੇ। ਤਾਂ ਹੁਣ ਅੰਮ੍ਰਿਤਸਰ ਦੇ ਵਿੱਚ ਇੰਟਰਨੈਸ਼ਨਲ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਵੀ ਨੇ। ਤਾਂ ਸਭ ਤੋਂ ਪਹਿਲਾਂ ਮੈਮ ਕੰਗ੍ਰੈਚੁਲੇਸ਼ਨਸ ਜੀ ਤੁਹਾਨੂੰ। ਥੈਂਕ ਯੂ ਸੋ ਮਚ। ਹਾਂਜੀ ਮੈਮ, ਕਿਹੜੀ ਕੈਟਾਗਰੀ ਸੀ ਜਿਹਦੇ ਵਿੱਚ ਕਿ ਤੁਸੀਂ ਇਸ ਇਨਾਮ ਨੂੰ ਹਾਸਿਲ ਕੀਤਾ ਹੈ ਔਰ ਕਿਸ ਤਰ੍ਹਾਂ ਤੁਸੀਂ ਉਹਦੇ ਨਾਲ ਮੋਟੀਵੇਟ ਹੋਏ? ਇਹ ਕਲਾਸਿਕ ਕੈਟਾਗਰੀ ਸੀਗੀ ਮਿਸਿਸ ਗ੍ਰੈਂਡ ਇੰਟਰਨੈਸ਼ਨਲ ਦੇ ਵਿੱਚ ਜਿਹਦੇ 'ਚ ਮੈਨੂੰ ਲਾਈਕ ਆਮ ਅ ਵਿਨਰ ਦੇਅਰ। ਔਰ ਇਸ ਮੁਕਾਮ ਤੇ ਪਹੁੰਚਣ ਲਈ ਆਫ ਕੋਰਸ ਬਹੁਤ ਸਾਰੇ ਸਟੈਪਸ ਹੁੰਦੇ ਆ ਔਰ ਇਹ ਇੱਕ ਦਿਨ ਦੇ ਵਿੱਚ ਤੇ ਨਹੀਂ ਆਪਾਂ ਕਹਿ ਸਕਦੇ। ਇਹ ਮੇਰੀ ਸਾਲਾਂ ਦੀ ਮਿਹਨਤ ਹੈ, ਬਹੁਤ ਸਾਲਾਂ ਦੀ, ਮਤਲਬ ਆਪਣੇ ਆਪ ਨੂੰ ਫਿਜ਼ੀਕਲੀ ਫਿਟ ਰੱਖਣਾ, ਆਪਣੇ ਆਪ ਨੂੰ ਮੈਂਟਲੀ ਫਿਟ ਰੱਖਣਾ, ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਕਈ ਸਾਲ ਤੋਂ ਰੂਟੀਨ 'ਚ ਕਰਦੇ ਰਹਿੰਦੇ ਹਾਂ ਤੇ ਉਹਨਾਂ ਸਦਕੇ ਮੈਂ ਅੱਜ ਇੱਥੇ ਤੱਕ ਪਹੁੰਚੀ ਜੀ। ਤਾਂ ਕਿਵੇਂ ਇੱਧਰ ਜਾਣਾ ਕਿਵੇਂ ਹੋਇਆ, ਕਿੱਧਰ ਰੁਝਾਨ ਕਿਵੇਂ ਹੋਇਆ? ਦੱਸਿਆ ਜਾ ਰਿਹਾ ਕਿ ਤੁਸੀਂ ਇੱਕ ਟੀਚਿੰਗ ਪ੍ਰੋਫੈਸ਼ਨ ਤੋਂ, ਤਾਂ ਟੀਚਰ ਵਾਸਤੇ ਤਾਂ ਵੈਸੇ ਹੀ ਟਾਈਮ ਨਹੀਂ ਹੁੰਦਾ ਇੱਕ ਤਾਂ, ਕਿਉਂਕਿ ਬੱਚਿਆਂ ਨੂੰ ਹੈਂਡਲ ਕਰਨਾ ਤੇ ਉਸ ਤੋਂ ਬਾਅਦ ਬਹੁਤ ਸਾਰੀ ਐਕਟੀਵਿਟੀਜ਼ ਹੁੰਦੀ ਹੈ ਤੇ ਉਸ ਤੋਂ ਬਾਅਦ ਘਰ ਨੂੰ ਵੀ ਮੈਨੇਜ ਕਰਨਾ ਹੁੰਦਾ। ਜੀ ਮੈਂ ਤੁਹਾਨੂੰ ਸਭ ਤੋਂ ਪਹਿਲੇ ਦੱਸਦੀ ਹਾਂ ਕਿ ਇਹ ਜਿਹੜਾ ਮੇਰਾ ਪੈਸ਼ਨ ਹੈ ਐਕਚੁਅਲੀ ਬਚਪਨ ਤੋਂ ਹੀ ਸੀਗਾ। ਮੈਂ ਹੁਣੇ ਥੋੜੀ ਦੇਰ ਪਹਿਲੇ ਵੀ ਗੱਲ ਕਰਦੀ ਪਈ ਸੀ, ਮੈਨੂੰ ਅੱਜ ਵੀ ਯਾਦ ਹੈ ਜੀ 1994 ਦੇ ਵਿੱਚ ਜਦੋਂ ਸੁਸ਼ਮਿਤਾ ਸੈਨ ਮਿਸ ਵਰਲਡ ਬਣੇ ਸੀਗੇ। ਮੈਂ 5th ਜਾਂ 6th ਕਲਾਸ 'ਚ ਸੀਗੀ, ਟੀਵੀ ਦੇ ਸਾਹਮਣੇ ਬੈਠੀ ਸੀਗੀ ਜਦੋਂ ਉਹਨਾਂ ਨੂੰ ਕਰਾਊਨ ਪਹਿਨਾਇਆ ਗਿਆ ਔਰ ਉਹ ਦਿਨ ਮੈਨੂੰ ਅੱਜ ਵੀ ਭੁੱਲਦਾ ਨਹੀਂ। ਔਰ ਉਸ ਦਿਨ ਮੈਂ ਸੋਚਿਆ ਸੀਗਾ ਕਿ ਮੈਂ ਵੀ ਕੁਝ ਇਦਾਂ ਦਾ ਕਰਨਾ ਹੈ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਵ ਆਉਂਦੇ ਨੇ, ਤੁਸੀਂ ਆਪਣੀ ਲਾਈਫ 'ਚ ਰੁੱਝ ਜਾਂਦੇ ਹੋ, ਤੁਹਾਡੀ ਸ਼ਾਦੀ ਹੋ ਜਾਂਦੀ ਹੈ, ਬੱਚੇ ਹੋ ਜਾਂਦੇ ਆ, ਫਿਰ ਤੁਸੀਂ ਆਪਣੇ ਕਰੀਅਰ ਨੂੰ ਬਹੁਤ ਮਹੱਤਵਤਾ ਦੇਣ ਲੱਗ ਜਾਂਦੇ ਹੋ। ਲੇਕਿਨ ਉਹ ਸਾਰੀਆਂ ਚੀਜ਼ਾਂ ਤੁਸੀਂ ਪਰਿਵਾਰ ਲਈ ਕਰ ਰਹੇ ਹੋ ਜਾਂ ਬੱਚਿਆਂ ਲਈ ਕਰ ਰਹੇ ਹੋ ਜਾਂ ਹਸਬੈਂਡ ਲਈ ਕਰ ਰਹੇ ਹੋ ਜਾਂ ਪੈਰੈਂਟਸ ਲਈ ਕਰ ਰਹੇ ਹੋ। ਇਹ ਜਿਹੜੀ ਚੀਜ਼ ਸੀ ਨਾ ਜੀ, ਇਹ ਮੈਂ ਆਪ ਦੇ ਲਈ ਕੀਤੀ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਆਪ ਦੇ ਲਈ ਵੀ ਜੀਣਾ ਆ। ਮੈਂ ਬਾਕੀਆਂ ਲਈ ਤੇ ਜੀਣਾ ਹੀ ਹੈ, ਮੈਂ ਆਪਣੀ ਫੈਮਿਲੀ ਲਈ ਜੀਣਾ ਹੈ, ਮੈਂ ਉਹਨਾਂ ਨੂੰ ਖੁਸ਼ ਰੱਖਣਾ ਹੈ, ਮੈਂ ਸੁਸਾਇਟੀ ਦੇ ਵਿੱਚ ਜੀਣਾ, ਮੈਂ ਉਹਦੇ ਕਰਕੇ ਮੇਰਾ ਪ੍ਰੋਫੈਸ਼ਨ ਹੈ, ਮੈਂ ਜਿਹਦੇ 'ਚ ਲਗਾਤਾਰ ਮਿਹਨਤ ਕਰਦੀ ਹਾਂ। ਪਰ ਇਹ ਜਿਹੜਾ ਪੈਜਨ ਤੇ ਜਾਣਾ ਔਰ ਉੱਥੇ ਜਿੱਤ ਕੇ ਲੈ ਕੇ ਆਉਣਾ, ਇਹ ਮੇਰੇ ਆਪ ਦੇ ਲਈ ਸੀਗਾ। ਜਦੋਂ ਅਸੀਂ ਕਹਿੰਦੇ ਵੀ ਅਸੀਂ ਆਪ ਦੇ ਲਈ ਕੀ ਕੀਤਾ, ਦੁਨੀਆ ਲਈ ਮੈਂ ਪਰਿਵਾਰ ਦੀ ਦੇਖ ਰੇਖ ਕਰਦੀ ਹਾਂ, ਸੁਸਾਇਟੀ ਲਈ ਮੈਂ ਐਜੂਕੇਸ਼ਨ ਦੇ ਰਹੀ ਹਾਂ, ਇਹ ਮੇਰੇ ਆਪਣੇ ਲਈ ਸੀਗਾ, ਆਪਣੀ ਰੂਹ ਨੂੰ ਸਕੂਨ ਦੇਣ ਲਈ ਵੀ ਮੈਂ ਕੀ ਅਚੀਵ ਕਰਨਾ ਚਾਹੁੰਦੀ ਲਾਈਫ 'ਚ। ਤਾਂ ਜਿਹੜੇ ਤਾਜ ਪਿਆ ਹੋਏਗਾ ਸੁਸ਼ਮਿਤਾ ਸੈਨ ਦੀ, ਤੁਸੀਂ ਸੋਚ ਨਹੀਂ ਸਕਦੇ, ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਜਿਸ ਵਕਤ ਉਹਨਾਂ ਨੇ ਮੇਰੇ ਸਿਰ ਤੇ ਤਾਜ ਰੱਖਿਆ ਸੀ ਨਾ, ਤੁਸੀਂ ਮੇਰੀ ਫੋਟੋਜ਼ ਦੇਖੋਗੇ ਮੇਰਾ ਇਦਾਂ ਸੀਗਾ ਹੱਥ ਔਰ ਮੈਂ ਫੀਲ ਕਰ ਪਾ ਰਹੀ ਸੀਗੀ ਔਰ ਮੈਂ ਫਲੈਸ਼ਬੈਕ ਚਲੀ ਗਈ 1994 ਔਰ ਮੈਨੂੰ ਮਹਿਸੂਸ ਹੋਇਆ ਕਿ ਅੱਜ ਉਹ ਜੋ ਸੁਸ਼ਮਿਤਾ ਸੈਨ ਨੂੰ ਦੇਖ ਕੇ ਜੋ ਮੈਂ ਉਹ ਬੱਚੀ ਨੇ ਖੁਸ਼ ਹੋਈ ਸੀ ਉਸ ਵੇਲੇ ਜੀ, ਉਹ ਮੈਂ ਬੱਚੀ ਸੀ ਜੀ ਉਸ ਵੇਲੇ ਔਰ ਮੈਂ ਬੱਚੀ ਜਿਸ ਤਰ੍ਹਾਂ ਮੈਨੂੰ ਉਸ ਟਾਈਮ ਖੁਸ਼ੀ ਮਹਿਸੂਸ ਹੋਈ ਸੀ ਨਾ, ਮੈਨੂੰ ਇਸ ਤਰ੍ਹਾਂ ਲੱਗਿਆ ਔਰ ਸਾਹਮਣੇ ਦੀ ਜਿਹੜੀ ਲਾਈਟਸ ਮੈਨੂੰ ਇਦਾਂ ਲੱਗੀਆਂ ਕਿ ਸ਼ਾਇਦ ਉਹ ਪਰਮਾਤਮਾ ਆਪ ਆ ਕੇ ਮੇਰੇ ਸਿਰ ਤੇ ਤਾਜ ਰੱਖ ਕੇ ਗਏ ਨੇ। ਔਰ ਇਹ ਹੌਸਲਾ, ਇਹ ਖੁਸ਼ੀ, ਮੇਰੇ ਕੋਲ ਲਫ਼ਜ਼ ਹੀ ਨਹੀਂ ਹੈ। ਮੈਂ ਜਿੰਨੀ ਮਰਜ਼ੀ ਤੁਸੀਂ ਮੈਨੂੰ ਲਫ਼ਜ਼ ਕਹੋਗੇ ਵੀ ਬਿਆਨ ਕਰੋ, ਮੇਰੇ ਕੋਲ ਲਫ਼ਜ਼ ਹੀ ਨਹੀਂ। ਫੀਲਿੰਗਸ ਨੇ ਤੁਹਾਡੀ ਜੀ, ਮੇਰੀ ਸਿਰਫ ਇਮੋਸ਼ਨਸ ਨੇ, ਮੇਰੀ ਫੀਲਿੰਗਸ ਨੇ, ਮੈਂ ਸਿਰਫ ਜੋ ਆਪਣੇ ਅੰਦਰ ਮਹਿਸੂਸ ਕਰ ਸਕਦੀ ਹਾਂ ਮੈਂ ਸ਼ਾਇਦ ਦੱਸ ਨਹੀਂ ਪਾਉਂਗੀ। ਤਿੰਨ ਚੀਜ਼ਾਂ ਨੇ, ਇੱਕ ਕਰਾਊਨ ਹੈ ਤੇ
ਇੱਕ ਬਹੁਤ ਸੋਹਣਾ ਜਿਹਾ ਇੱਕ ਮੈਡਲ ਹੈ, ਅਸੀਂ ਉਹ ਵੀ ਦਿਖਾਵਾਂਗੇ। ਤੇ ਕੀ ਲਿਖਿਆ ਮੈਂ ਥੋੜਾ ਜਿਹਾ ਅਸੀਂ ਦਿਖਾਈਏ ਜਰਾ ਜੀ। ਮਿਸਿਸ ਗ੍ਰੈਂਡ ਐਂਬੈਸਡਰ 2022 ਕਲਾਸਿਕ ਜੀ। ਤਾਂ ਇੱਕ ਤਿੰਨ ਚੀਜ਼ਾਂ ਜਦੋਂ ਪਈਆਂ ਤਾਂ ਕਿਸ ਤਰ੍ਹਾਂ ਦਾ ਲੱਗਾ ਕਿ ਪੰਜਾਬ 'ਚ ਇੱਕ ਲੜਕੀ ਜਿਹੜੀ ਹੈ ਇੱਕ ਆਮ ਦੇ ਘਰ ਤੇ ਉੱਠ ਕੇ ਜਿਹੜੀ ਅੱਜ ਏਡੇ ਵੱਡੇ ਲੈਵਲ ਤੇ ਪਹੁੰਚ ਗਈ ਹੈ? ਸਰ ਇਹ ਉੱਥੇ ਤੱਕ ਪਹੁੰਚਣਾ ਇੱਕ ਬਹੁਤ ਵੱਡੀ ਅਚੀਵਮੈਂਟ ਸੀ ਮੇਰੇ ਵਾਸਤੇ। ਮੈਂ ਇਹੀ ਕਹਿਣਾ ਚਾਹੂੰਗੀ ਕਿ ਆ ਇੱਕ ਛੋਟੀ ਅਚੀਵਮੈਂਟ ਨਹੀਂ ਹੈ। ਇਹਦੇ ਵਾਸਤੇ ਮੇਰਾ ਡਿਸਪਲਿਨ, ਮੇਰਾ ਆਪਣੀ ਲਾਈਫ ਦੇ ਵਿੱਚ ਮੇਰਾ ਡਿਸਪਲਿਨ, ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਮੈਂ ਆਪ ਦੇ ਲਈ ਕੀਤਾ। ਜਦੋਂ ਸ਼ਾਦੀ ਹੋ ਜਾਂਦੀ ਹੈ ਇੱਥੇ ਮੈਂ ਰੁਕਾਂ, ਸ਼ਾਦੀ ਤੋਂ ਬਾਅਦ ਕਿਤੇ ਸੁਪਨਾ ਟੁੱਟਦਾ ਲੱਗਦਾ ਸੀ? ਮੈਨੂੰ ਲੱਗਿਆ ਸੀ ਸ਼ਾਇਦ ਮੇਰੇ ਮੈਂ ਤੁਹਾਨੂੰ ਦੱਸਿਆ ਨਾ ਹੁਣੇ ਕਿ ਇਹ ਮੈਂ ਆਪ ਦੇ ਲਈ ਕੀਤਾ। ਯੂਜੂਅਲੀ ਸਭ ਆਪਣੇ ਆਲੇ ਦੁਆਲੇ ਬੱਚੀਆਂ ਜਾਂ ਔਰਤਾਂ ਸਭ ਸੋਚਦੇ ਨੇ ਕਿ ਵਿਆਹ ਹੋ ਗਿਆ ਬਸ ਖਤਮ, ਬੱਚੇ ਹੋ ਗਏ ਬਸ ਖਤਮ, ਚੈਪਟਰ 2 ਸ਼ੁਰੂ ਹੋ ਗਿਆ। ਹਾਂ, ਉਹ ਅਲੱਗ ਸ਼ੁਰੂ ਹੋ ਗਿਆ। ਨਹੀਂ, ਮੇਰਾ ਮੰਨਣਾ ਹੈ ਕਿ ਵਿਆਹ ਹੋ ਜਾਣ ਦੇ ਬਾਅਦ, ਬੱਚੇ ਹੋ ਜਾਣ ਦੇ ਬਾਅਦ ਠੀਕ ਹੈ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਤੁਹਾਡੇ ਤੇ ਰਿਸਪੌਂਸਿਬਿਲਿਟੀਜ਼ ਬਹੁਤ ਹੋਰ ਜ਼ਿਆਦਾ ਆ ਜਾਂਦੀਆਂ ਨੇ, ਪਰ ਉਹਦੇ ਬਾਅਦ ਵੀ ਆਪਣੇ ਆਪ ਲਈ ਜੀਣਾ ਨਹੀਂ ਛੱਡਣਾ ਚਾਹੀਦਾ। ਆਪਣੇ ਆਪ ਦੀ ਦੇਖ ਰੇਖ ਕਰਨੀ ਨਹੀਂ ਛੱਡਣੀ ਚਾਹੀਦੀ। ਆਪਣਾ ਧਿਆਨ ਰੱਖੋ, ਆਪਣੇ ਆਪ ਨੂੰ ਪਿਆਰ ਕਰੋ। ਮੇਰਾ ਮੰਨਣਾ ਜੋ ਇਨਸਾਨ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਹੋਰ ਨੂੰ ਪਿਆਰ ਕਰ ਹੀ ਨਹੀਂ ਸਕਦਾ। ਪਹਿਲਾ ਪਿਆਰ ਆਪਣੇ ਨਾਲ ਹੋਵੇ, ਉਸ ਤੋਂ ਬਾਅਦ ਦੂਜਾ ਪਿਆਰ, ਫਿਰ ਚਾਹੇ ਆਪਣੇ ਬੱਚੇ, ਆਪਣੇ ਪਤੀ, ਕਿਉਂਕਿ ਤੁਸੀਂ ਆਪਣਾ ਧਿਆਨ ਰੱਖੋਗੇ ਤੇ ਤਾਂ ਹੀ ਕਿਸੇ ਦਾ ਧਿਆਨ ਰੱਖੋਗੇ। ਤੁਸੀਂ ਜਿਸ ਤਰ੍ਹਾਂ ਇਹ ਕਲਾਸਿਕ ਜਿਹੜਾ ਮਿਸਿਸ ਗ੍ਰੈਂਡ ਇੰਟਰਨੈਸ਼ਨਲ ਹੋਇਆ, 40 ਦੇਸ਼ਾਂ ਦੇ ਜਿਹੜੇ ਵੱਡੇ ਹੋਰ ਵੀ ਬਹੁਤ ਸਾਰੀ ਤੁਹਾਡੇ ਵਕਨੀਆਂ ਜਿਹੜੀਆਂ ਗਰਲਸ ਉੱਥੇ ਹੋਣਗੀਆਂ, ਤਾਂ ਉਸ ਲਈ ਕੁਝ ਕੌਨਫੀਡੈਂਸ ਲੈਵਲ ਘਟਿਆ? ਬਿਲਕੁਲ ਵੀ ਨਹੀਂ। ਇਹ ਤਾਂ ਸਭ ਤੋਂ ਵੱਡੀ ਮੈਂ ਤੁਹਾਨੂੰ ਗੱਲ ਕਹੂੰਗੀ, ਪਰਮਾਤਮਾ ਵੱਲੋਂ ਇੰਨੀ ਜ਼ਿਆਦਾ ਬਖਸ਼ਿਸ਼ ਹੋਈ। ਉੱਥੇ ਬਹੁਤ ਸਾਰੇ ਕੰਟੈਸਟੈਂਟਸ ਦੇ ਵਿੱਚ ਕੁਝ ਕੰਟਰੀਜ਼ ਦੇ ਕੰਟੈਸਟੈਂਟਸ ਜਿਹੜੇ ਸੀਗੇ ਜੀ ਉਹ ਬਹੁਤ ਸਟਰੋਂਗ ਸੀਗੇ, ਪਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇੱਕ ਗੱਲ ਦੀ ਹੋ ਰਹੀ ਸੀਗੀ ਕਿ ਮੈਂ ਸੋਚ ਰਹੀ ਸੀ ਇੱਥੇ ਜਾਣ ਤੋਂ ਪਹਿਲਾਂ ਕਿ ਸ਼ਾਇਦ ਮੈਂ ਡਰਾਂਗੀ, ਪਰ ਮਜ਼ੇਦਾਰੀ ਦੀ ਗੱਲ ਇਹ ਸੀਗੀ ਕਿ ਉਹ ਕੰਟੈਸਟੈਂਟਸ ਨੂੰ ਮੇਰੇ ਤੋਂ ਡਰ ਸੀਗਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਸਾਡੇ ਤੋਂ ਜ਼ਿਆਦਾ ਸਟਰੋਂਗ ਕੰਟੈਂਡਰ ਆ ਗਏ ਆ ਜੀ। ਉਹ ਐਕਚੁਅਲੀ ਉਹਨਾਂ ਨੂੰ ਲੱਗਿਆ ਹੋਊਗਾ ਕਿ ਇੰਡੀਆ ਤੋਂ ਆ ਰਹੇ ਆ, ਪਤਾ ਨਹੀਂ ਕਿੰਨੇ ਕੁ ਜ਼ਿਆਦਾ ਸਟਰੋਂਗ ਹੋਣਗੇ ਨਹੀਂ ਹੋਣਗੇ, ਕਿਉਂਕਿ ਦੇਖੋ ਜੀ ਫਿਲੀਪਾਈਨਸ ਇੱਕ ਇਹੋ ਜਿਹੀ ਕੰਟਰੀ ਹੈ ਜਿਹੜੀ ਆਪਣੇ ਪੈਜੈਂਟਸ ਲਈ ਮਸ਼ਹੂਰ ਹੈ ਪੂਰੀ ਦੁਨੀਆ ਦੇ ਵਿੱਚ। ਸਾਊਥ ਅਫਰੀਕਾ ਆਪਣੇ ਪੈਜੈਂਟਸ ਲਈ ਮਸ਼ਹੂਰ ਨੇ। ਉੱਥੇ ਇੱਕ ਇੰਡੀਅਨ ਦਾ ਜਾਣਾ, ਉਹਨਾਂ ਨੂੰ ਲੱਗਿਆ ਕੋਈ ਗੱਲ ਨਹੀਂ ਦੇਖ ਲਾਂਗੇ, ਹਨਾ। ਪਰ ਜਦੋਂ ਮੈਂ ਉੱਥੇ ਪਹੁੰਚੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਇੱਥੋਂ ਜਾਣ ਤੋਂ ਪਹਿਲਾਂ ਲੱਗ ਰਿਹਾ ਸੀ ਸ਼ਾਇਦ ਮੈਂ ਡਰਾਂਗੀ, ਪਰ ਉੱਥੇ ਜਾਣ ਦੇ ਬਾਅਦ ਮੇਰੇ ਡਰ ਨਹੀਂ। ਡਰ ਤੇ ਫਿਰ ਤਾਂ ਪੰਜਾਬ ਦੀ ਸ਼ੇਰਨੀ ਸੀ। ਉਹ ਪੰਜਾਬੀਅਤ ਪੂਰੀ ਆ ਗਈ ਉੱਥੇ। ਬਿਲਕੁਲ, ਐਬਸੋਲੂਟਲੀ, ਐਂਡ ਆਈ ਵਾਸ ਸੋ ਪ੍ਰਾਊਡ ਐਂਡ ਐਵਰੀਬਾਡੀ ਕੁਡ ਸੀ ਇਟ, ਐਵਰੀਬਾਡੀ देयर। ਤੁਸੀਂ ਮੇਰੇ ਨੈਸ਼ਨਲ ਕਾਸਟਿਊਮਸ ਦੇਖੋਗੇ, ਤੁਹਾਨੂੰ ਮੇਰੇ ਨੈਸ਼ਨਲ ਕਾਸਟਿਊਮਸ 'ਚ ਪਤਾ ਲੱਗੇਗਾ ਕਿ ਮੈਂ ਕਿੰਨੀ ਸਟਰੋਂਗ ਆਪਣੇ ਅੰਦਰ ਇੱਕ ਐਜ਼ ਅ ਹਿਊਮਨ ਮੈਂ ਬਹੁਤ ਸਟਰੋਂਗ ਪਰਸਨੈਲਿਟੀ ਹਾਂ, ਔਰ ਉਹ ਸਟਰੋਂਗ ਪਰਸਨੈਲਿਟੀ ਨੂੰ ਮੈਂ ਉੱਥੇ ਬਹੁਤ ਬਖੂਬੀ ਉੱਥੇ ਜਾ ਕੇ ਪ੍ਰੈਜ਼ੈਂਟ ਕੀਤਾ, ਉਹਨਾਂ ਦੇ ਵਿੱਚ ਖੜੀ ਹੋਈ। ਔਰ ਐਂਡ ਐਪਰੀਸੀਏਸ਼ਨ ਐਵਰੀਬਾਡੀ ਫਰਮ ਐਨੀਵਨ ਅਰਾਊਂਡ ਦ ਵਰਲਡ, ਦੇ ਹੈਵ ਐਪਰੀਸ਼ੀਏਟਡ ਮੀ ਗ੍ਰੇਟਲੀ। ਜੀ ਇੱਕ ਰਿਐਕਸ਼ਨ ਕਰਕੇ ਦਿਖਾਓਗੇ ਕਿਸ ਤਰ੍ਹਾਂ ਹੋਇਆ ਸੀ? ਆਈ ਥਿੰਕ ਦੁਬਾਰਾ ਹੋ ਨਹੀਂ ਸਕਦਾ, ਲੇਕਿਨ ਫਿਰ ਵੀ ਮੈਂ ਚਾਹਾਂਗਾ ਕਿ ਲੋਕ ਦੇਖਣ ਕਿਸ ਤਰ੍ਹਾਂ ਜਦੋਂ ਕਰਾਊਨ ਮਿਲਿਆ ਸੀ। ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਜਦੋਂ ਸਭ ਤੋਂ ਪਹਿਲੇ ਮਤਲਬ ਆਪਾਂ I was like holding hands. Yes, like and ਹਾਂਜੀ ਇਦਾਂ ਹੱਥ ਫੜੇ ਹੋਏ ਸੀ ਸਾਰੇ ਕੰਟੈਸਟੈਂਟਸ ਨੇ। ਬਿਲਕੁਲ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਫਿਰ ਦੁਬਾਰਾ ਇੱਕ ਤਰ੍ਹਾਂ ਦਾ ਤੁਹਾਨੂੰ ਕਰਾਊਨ ਦਿਖਾ ਰਹੇ ਹਾਂ ਜੀ। ਮੈਮ ਪਲੀਜ਼ ਕਰਕੇ ਦਿਖਾਓ ਸਾਨੂੰ ਜੀ। ਜਿਸ ਤਰ੍ਹਾਂ ਇਦਾਂ ਸਾਰੇ ਕੰਟੈਸਟੈਂਟਸ ਨੇ ਹੱਥ ਫੜੇ ਹੋਏ ਸੀਗੇ ਜਿਹੜੇ ਟੌਪਰ ਸੀਗੇ, ਔਰ ਉਹਦੇ ਬਾਅਦ ਉਹਨਾਂ ਦਾ ਹੱਥ ਪਕੜ ਸਕਦੇ ਜੀ 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 ਇਦਾਂ। ਔਰ ਮੈਂ ਇੰਤਜ਼ਾਰ ਕਰ ਰਹੀ ਸੀ ਕਿ ਮੇਰਾ ਨਾਮ ਕਦੋਂ ਬੋਲਿਆ ਜਾਏਗਾ। ਆਖਰੀ ਦੇ 2 ਜਾਂ 3 ਕੰਟੈਸਟੈਂਟਸ ਰਹਿ ਗਏ ਸੀਗੇ, ਸਿਰਫ 3 ਹੀ ਕੰਟੈਸਟੈਂਟਸ ਹੋਰ ਆਉਣੇ ਸੀਗੇ, ਔਰ ਮੈਨੂੰ ਪਤਾ ਜੀਤੇ ਨਹੀਂ ਰਹਿੰਦੇ ਸੀਗੇ, ਔਰ ਮੇਰਾ ਇੰਤਜ਼ਾਰ ਵੱਧਦਾ ਜਾ ਰਿਹਾ ਸੀਗਾ ਕਿ ਸਿਰਫ 3 ਦੇ ਵਿੱਚ ਕੀ ਮੇਰਾ ਨਾਮ ਆਏਗਾ। ਯਕੀਨ ਮੈਨੂੰ ਪੂਰਾ ਸੀਗਾ, ਸਾਹਮਣੇ ਮੇਰੇ ਅੰਦਰ ਇਦਾਂ ਲੱਗਦਾ ਸੀ ਪਰਮਾਤਮਾ ਬੈਠੇ ਨੇ, ਉਹਨਾਂ ਨੂੰ ਆਪ ਪਤਾ ਜਾਨੀ ਜਾਨ ਨੇ, ਉਹਨਾਂ ਨੇ ਉਹ ਮੈਨੂੰ ਟਾਈਮ ਦਿਖਾਉਣਾ ਹੀ ਦਿਖਾਉਣਾ। ਮੈਨੂੰ ਇਹ ਵੀ ਭਰੋਸਾ ਸੀਗਾ ਉਸ ਮਾਲਿਕ ਤੇ, ਮੈਨੂੰ ਇੰਨਾ ਜ਼ਿਆਦਾ ਭਰੋਸਾ ਸੀਗਾ ਜੀ। ਔਰ ਮੈਂ ਇਸ ਤਰ੍ਹਾਂ ਹੀ ਸੀਗਾ, ਔਰ ਜਿੱਦਾਂ ਉਹਨਾਂ ਨੇ ਕਿਹਾ ਇੰਡੀਆ, ਜਦੋਂ ਉਹਨਾਂ ਨੇ ਬੋਲਿਆ ਇੰਡੀਆ, ਮੇਰੇ ਗੂਜ਼ ਬੰਪਸ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਤੁਸੀਂ ਮੇਰੇ ਵੀਡੀਓ 'ਚ ਦੇਖੋਗੇ ਮੇਰਾ ਰਿਐਕਸ਼ਨ, ਆਈ ਜਸਟ ਲਵਡ ਇਟ। ਐਂਡ ਜਦੋਂ ਮੈਂ ਅੱਗੇ ਗਈ ਹਾਂ, ਔਰ ਮੈਂ ਦੱਸ ਨਹੀਂ ਸਕਦੀ ਕਿ ਇਹ ਮੇਰਾ ਸੁਪਨਾ ਸੀਗਾ ਮੇਰੇ ਆਪ ਦੇ ਲਈ। ਇੱਕ ਬੱਚੀ ਦਾ ਸੁਪਨਾ ਸੀਗਾ, ਇੱਕ ਬੱਚੀ ਦਾ ਸੁਪਨਾ 5ਵੀਂ 6ਵੀਂ ਕਲਾਸ ਦੇ ਵਿੱਚ ਸੋਚਿਆ ਸੀਗਾ। ਨਹੀਂ ਤੇ ਅਕਸਰ ਲੋਕ ਆਪਣੇ ਸੁਪਨੇ ਭੁੱਲ ਜਾਂਦੇ ਨੇ, ਮਰ ਜਾਂਦੇ ਨੇ, ਭੁੱਲ ਜਾਂਦੇ ਨੇ, ਕਿਉਂਕਿ ਉਲਝ ਜਾਂਦੇ ਨੇ ਜ਼ਿੰਦਗੀ ਦੇ ਵਿੱਚ, ਜਾਂ ਸ਼ਾਇਦ ਆਪਣੇ ਬੱਚਿਆਂ ਨੂੰ ਔਰ ਆਪਣੇ ਫੈਮਿਲੀ ਦੇ ਪ੍ਰਤੀ ਬਹੁਤ ਰਿਸਪੌਂਸਿਬਲ ਹੋ ਜਾਂਦੇ ਨੇ। ਪਰ ਰਿਸਪੌਂਸਿਬਲ ਹੋਣਾ ਇੱਕ ਡਿਫਰੈਂਟ ਚੀਜ਼ ਹੈ, ਲੇਕਿਨ ਆਪਣੇ ਆਪ ਨੂੰ ਯਾਦ ਰੱਖਣਾ ਇਹ ਬਹੁਤ ਜ਼ਰੂਰੀ ਹੈ। ਇੱਦਾਂ ਜਿੱਦਾਂ ਕਹਿੰਦੇ ਨਾ ਜੀ, ਆਪਾਂ ਫਲਾਈਟ 'ਚ ਜਾ ਰਹੇ ਹੁੰਦੇ ਹਾਂ, ਫਲਾਈਟ 'ਚੋਂ ਕਹਿੰਦੇ ਜੀ ਜਦੋਂ ਕੋਈ ਐਮਰਜੈਂਸੀ ਸਿਚੁਏਸ਼ਨ ਆਵੇ ਤੇ ਮਾਸਕ ਥੱਲੇ ਡ੍ਰੌਪ ਹੋਊਗਾ,
ਤੇ ਮਾਸਕ ਡ੍ਰੌਪ ਹੋਵੇ, ਦੂਜਿਆਂ ਦਾ ਮਾਸਕ ਲਾਉਣ ਤੋਂ ਪਹਿਲੇ ਆਪਣਾ ਮਾਸਕ ਲਾਇਓ, ਕਿਉਂਕਿ ਜੇ ਤੁਸੀਂ ਆਪ ਸੇਫ ਹੋਵੋਗੇ ਤਾਂ ਦੂਜਿਆਂ ਨੂੰ ਸੇਫ ਕਰੋਗੇ। ਸਿਮਿਲਰਲੀ ਜੇ ਤੁਸੀਂ ਆਪ ਦਾ ਧਿਆਨ ਰੱਖੋਗੇ ਤਾਂ ਹੀ ਤੁਸੀਂ ਕਿਸੇ ਦਾ ਧਿਆਨ ਰੱਖ ਸਕੋਗੇ। ਪੰਜਾਬ 'ਚ ਇੰਨਾ ਟੈਲੈਂਟ ਹੈ ਕਿ ਤੁਹਾਡੇ ਵਕਤ ਦੀ ਹੋਰ ਲੜਕੀਆਂ ਅੱਗੇ ਆ ਰਹੀਆਂ। ਮੈਨੂੰ ਇਹ ਲੱਗਦਾ ਹੈ ਕਿ ਪੰਜਾਬ 'ਚ ਬਹੁਤ ਜ਼ਿਆਦਾ ਟੈਲੈਂਟ ਹੈ, ਬਹੁਤ ਜ਼ਿਆਦਾ ਟੈਲੈਂਟ ਹੈ। ਮੈਂ ਇੱਥੇ ਅਕੈਡਮੀ ਦੇ ਵਿੱਚ ਹੁਣ ਤੱਕ ਕਈ ਹਜ਼ਾਰ ਲੜਕੀਆਂ ਲੜਕੇ ਪੜ੍ਹਾ ਚੁੱਕੀ ਹਾਂ, ਔਰ ਮੈਂ ਹਰ ਰੋਜ਼ ਮੇਰੇ ਬੱਚਿਆਂ ਦੇ ਵਿੱਚ ਇੰਨਾ ਟੈਲੈਂਟ ਦੇਖਦੀ ਹਾਂ। ਔਰ ਮੈਂ ਇਹ ਮੇਰਾ ਇਸ ਪੈਜੈਂਟਰੀ ਤੇ ਇਸ ਪੈਜੈਂਟ ਤੇ ਜਾਣ ਦਾ ਇੱਕ ਵੱਡਾ ਮਕਸਦ ਇਹ ਵੀ ਸੀਗਾ ਕਿ ਮੈਂ ਆਪਣੇ ਕਲਾਸ ਦੇ ਵਿੱਚ ਦੇਖਿਆ ਬਹੁਤ ਬੱਚੀਆਂ ਜੋ ਬਹੁਤ ਕੁਝ ਕਰਨ ਦੇ ਕਾਬਿਲ ਨੇ ਲੇਕਿਨ ਡਰਦੀਆਂ ਨੇ, ਤੇ ਮੇਰਾ ਉੱਥੇ ਜਾਣ ਦਾ ਇੱਕ ਮਕਸਦ ਇਹ ਸੀਗਾ ਕਿ ਮੈਂ ਉੱਥੇ ਜਾ ਕੇ ਉਹਨਾਂ ਨੂੰ ਇਹ ਦਿਖਾ ਸਕਾਂ ਕਿ ਡਰਨਾ ਨਹੀਂ ਹੈ। ਜੇ ਮੈਂ ਕਰ ਸਕਦੀ ਹਾਂ ਤੁਸੀਂ ਵੀ ਕਰ ਸਕਦੇ ਹੋ, ਹਰ ਕੋਈ ਕਰ ਸਕਦਾ, ਹਰ ਇੱਕ ਔਰਤ ਦੁਨੀਆ 'ਚ ਅੱਗੇ ਵੱਧ ਸਕਦੀ ਹੈ, ਆਪਣਾ ਨਾਮ ਰੋਸ਼ਨ ਕਰ ਸਕਦੀ ਹੈ, ਆਪਣੇ ਘਰ ਦਾ, ਪਰਿਵਾਰ ਦਾ, ਔਰ ਇਹਦੇ ਨਾਲ ਉਮਰ ਦਾ ਕੋਈ ਲੈਣਾ ਦੇਣਾ ਨਹੀਂ। ਕੋਈ ਲੈਣਾ, ਉਮਰ ਦਾ ਕੋਈ ਨੰਬਰ, ਏਜ ਇਜ਼ ਜਸਟ ਅ ਨੰਬਰ, ਏਜ ਇਜ਼ ਜਸਟ ਅ ਨੰਬਰ। ਤੁਸੀਂ ਕਿਸੇ ਵੀ ਲੈਵਲ ਤੇ ਜਾ ਕੇ ਕੁਝ ਵੀ ਕਰ ਸਕਦੇ। ਮੈਂ ਤੁਹਾਨੂੰ ਦੱਸਿਆ ਜੀ, ਮੈਂ 42 ਇਅਰਸ 42 ਸਾਲ ਦੀ ਮੇਰੀ ਉਮਰ, ਔਰ ਅੱਜ 42 ਸਾਲ ਦੀ ਉਮਰ ਦੇ ਵਿੱਚ ਮੇਰੀ ਬੇਟੀ ਆਲਰੇਡੀ 22 ਸਾਲ ਦੀ ਹੈ, ਕੈਨੇਡਾ ਦੇ ਵਿੱਚ ਪੜ੍ਹ ਰਹੀ ਹੈ। ਤੇ ਬੇਟੀ ਨੇ ਨਹੀਂ ਕਿਹਾ ਕਿ ਮੰਮੀ ਕੀ ਕਰ ਰਹੇ? ਮੈਂ ਇਹ ਬਹੁਤ ਵਧੀਆ ਸਵਾਲ ਤੁਸੀਂ ਕੀਤਾ। ਮੇਰੀ ਬੇਟੀ ਨੂੰ ਮੈਂ ਪੁੱਛਿਆ ਜਦੋਂ ਇਸ ਤੇ ਜਾਣਾ ਸੀਗਾ, ਤੇ ਮੈਂ ਕਿਹਾ ਕਿ आई कॉल हर नन्नू, मैंने कहा नन्नू आप बताओ कि ये मुझे जाना चाहिए, मेरा मन है। तो कहनी मम्मा आपको ज़रूर जाना चाहिए, इसमें सोचना नहीं है, ये आप अपने लिए कर रहे हो। तो मैंने कहा अगर आपके दोस्त क्या बोलेंगे, आपके फ्रेंड्स क्या बोलेंगे, आपकी मम्मी इस उम्र में क्या कर रही हैं? तो कहते हैं मैं उनको बोलूँगी मेरी मम्मी जी रही हैं। वाह, गुड, मेरी मम्मी जी रही हैं। ਤਾਂ ਹੋਰ ਵੀ ਪੰਜਾਬ ਦੀ ਜਿਹੜੀਆਂ ਕੁੜੀਆਂ ਜੀਣਾ ਚਾਹੁੰਦੀਆਂ ਨੇ ਉਹਨਾਂ ਦੀ ਮਦਦ ਵਾਸਤੇ ਤੁਸੀਂ ਅੱਗੇ ਆਓਗੇ? 100%। ਮੈਂ ਆਪਣੀ ਐਜੂਕੇਸ਼ਨ ਦੇ ਰਾਹੀਂ, ਆਪਣੇ ਇਸ ਅਕੈਡਮੀ ਦੇ ਰਾਹੀਂ ਆਲਰੇਡੀ ਬਹੁਤ ਸਾਰੀ ਬੱਚੀਆਂ ਦੇ ਨਾਲ ਪਰਸਨਲੀ ਜਾਂ ਫਾਈਨੈਂਸ਼ੀਅਲੀ ਅਸੀਂ ਜੁੜਦੇ ਹਾਂ। ਤੇ ਮੈਂ ਜ਼ਿਆਦਾ ਇਸ ਬਾਰੇ ਨਹੀਂ ਗੱਲ ਕਰਨਾ ਚਾਹੂੰਗੀ ਕਿਉਂਕਿ ਜੀ ਸਮਝਦੇ ਹਾਂ ਆਪਾਂ, ਪਰ ਮੇਰੀ ਹਰ ਕੋਸ਼ਿਸ਼ ਹੁੰਦੀ ਹੈ ਇਸ ਅਕੈਡਮੀ ਦੇ ਰਾਹੀਂ ਮੈਂ ਕਿਸੇ ਵੀ ਬੱਚੀ ਨੂੰ ਕੋਈ ਵੀ ਇਹੋ ਜਿਹਾ ਵਾਂਝਾ ਨਾ ਰਹਿ ਜਾਵੇ ਜਿਹੜਾ ਇਹ ਕਵੇ ਕਿ ਮੈਂ ਸ਼ਾਇਦ ਮੈਨੂੰ ਮੈਂਟਲ ਸਪੋਰਟ ਨਹੀਂ ਸੀ ਤੇ ਮੈਂ ਪਿੱਛੇ ਰਹਿ ਗਿਆ, ਜਾਂ ਮੈਨੂੰ ਇਮੋਸ਼ਨਲ ਸਪੋਰਟ ਨਹੀਂ ਸੀ, ਜਾਂ ਮੈਂ ਫਾਈਨੈਂਸ਼ੀਅਲ ਸਪੋਰਟ ਨਹੀਂ ਸੀ ਤੇ ਮੈਨੂੰ ਪਿੱਛੇ ਰਹਿ ਗਿਆ। ਕੋਈ ਬੱਚਾ ਪਿੱਛੇ ਨਹੀਂ ਰਹਿਣਾ ਚਾਹੀਦਾ। ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਜੀ, ਮੈਂ 5 ਸਾਲ ਦੀ ਸੀਗੀ। ਮੇਰੇ ਮਦਰ ਨੇ ਸ਼ਾਦੀ ਨਹੀਂ ਕਰਾਈ ਸੀਗੀ, ਇਹਨਾਂ ਨੇ ਸਾਨੂੰ ਪਾਲਿਆ ਪੋਸਿਆ, ਔਰ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ। ਤੇ ਜੇ ਔਰ ਕਿੰਨਾ ਹਾਲਾਤਾਂ 'ਚ ਪਹੁੰਚੇ ਹਾਂ ਸਿਰਫ ਮੈਂ ਜਾਣਦੀ ਹਾਂ, ਇਹ ਮੇਰੇ ਮਦਰ ਜਾਣਦੇ ਨੇ। ਤੇ ਮੈਂ ਮੰਨਦੀ ਹਾਂ ਕਿ ਮੈਂ ਤਾਂ ਇੰਨਾ ਹੌਸਲਾ ਕਰ ਲਿਆ, ਬਹੁਤ ਸਾਰਿਆਂ ਦੇ ਬੱਚਿਆਂ ਦੇ ਵਿੱਚ ਇੰਨਾ ਹੌਸਲਾ ਨਹੀਂ ਹੁੰਦਾ, ਤੇ ਉਸ ਹੌਸਲੇ ਨੂੰ ਉਜਾਗਰ ਕਰਨਾ ਪੈਂਦਾ ਕਈ ਵਾਰੀ। ਤੇ ਮੈਂ ਉਹ ਸਾਰੀ ਮਿਹਨਤ ਅੱਗੇ ਵੀ ਕਰਦੀ ਸੀ, ਹੁਣ ਤਾਂ ਸਗੋਂ ਹੋਰ ਜ਼ਿਆਦਾ ਅੱਗੇ ਵੱਧ ਕੇ ਆਉਂਗੀ ਤਾਂ ਕਿ ਮੈਂ ਬੱਚਿਆਂ ਨੂੰ ਮਤਲਬ ਚਾਹੇ ਉਹ ਲੜਕਾ ਹੈ ਜਾਂ ਲੜਕੀ, ਦੋਵੇਂ ਹੀ ਧਿਰਾਂ ਨੂੰ ਮੈਂ ਬਰਾਬਰ ਦਾ ਸਪੋਰਟ ਕਰਨਾ ਚਾਹੁੰਦੀ ਹਾਂ, ਕਿਉਂਕਿ ਮੇਲ ਔਰ ਫੀਮੇਲ ਦੋਵਾਂ ਨਾਲ ਮਿਲ ਕੇ ਹੀ ਸੋਸਾਇਟੀ ਬਣਦੀ ਹੈ। ਲਾਸਟ ਸਵਾਲ, ਸਿੰਗਲ ਟਿਪ ਟੂ ਦਾ ਸੋਸਾਇਟੀ। ਸਿੰਗਲ ਟਿਪ, ਲਿਵ योर ਲਾਈਫ ਐਂਡ ਦੁਨੀਆ ਬਾਰੇ ਨਾ ਸੋਚੋ, ਆਪਣੇ ਬਾਰੇ ਸੋਚੋ, ਪਰਿਵਾਰ ਬਾਰੇ ਸੋਚੋ। ਇਹ ਸੋਚੋ ਕਿ ਤੁਹਾਨੂੰ ਕੀ ਚੰਗਾ ਲੱਗ ਰਿਹਾ ਹੈ। ਜਦ ਤੁਸੀਂ ਖੁਸ਼ ਹੋਵੋਗੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਆਪਣੇ ਆਪ ਖੁਸ਼ ਰੱਖ ਲਓਗੇ। ਪਰ ਲੋਕ ਸਵਾਲ ਬਹੁਤ ਕਰਦੇ हैं। सवाल देखो जी, दुनिया का काम है कहना, कुछ तो लोग कहेंगे, ਤੇ ਇੱਕ ਛੋਟੀ ਜੀ ਲੋਗੋਂ ਦਾ ਕੰਮ ਹੈ ਕਹਿਣਾ। ਤੇ ਜੇ ਅਸੀਂ ਇਦਾਂ ਚੱਲਾਂਗੇ ਜਾਂ ਤੇ ਆਪਾਂ ਜੀ ਲਈਏ ਜਾਂ ਫਿਰ ਲੋਕਾਂ ਨੂੰ ਸੁਣ ਲਈਏ। ਤੇ ਮੇਰਾ ਤੇ ਕੀ ਫੰਡਾ, ਮੈਂ ਤਾਂ ਸਿਰਫ ਜ਼ਿੰਦਗੀ ਜੀਣਾ ਹੀ ਆ। ਕੀ ਪਤਾ ਅੱਜ ਇਹ ਸਾਹ ਚੱਲ ਰਿਹਾ, ਕਿੰਨੇ ਦਿਨ ਹੋਰ ਇਸ ਵਾਸ ਚੱਲਣੇ ਨੇ। ਪਰ ਮੈਂ ਇਸ ਚੀਜ਼ ਨਾਲ ਨਹੀਂ ਦੁਨੀਆ ਤੋਂ ਜਾਣਾ ਚਾਹੁੰਦੀ ਕਿ ਮੇਰਾ ਇਹ ਸੁਪਨਾ ਰਹਿ ਗਿਆ, ਕਾਸ਼ ਮੈਂ ਕਰ ਲੈਂਦੀ। ਅੱਜ ਤੋਂ ਹੋ ਸਕਦਾ 10 ਸਾਲ 20 ਸਾਲ ਮੇਰੀ ਜ਼ਿੰਦਗੀ ਹੋਵੇ, ਮੈਂ ਬੁੱਢੀ ਹੋ ਜਾਵਾਂ, ਔਰ ਉਹਦੇ ਬਾਅਦ ਮੈਂ ਪਿੱਛੇ ਮੁੜ ਕੇ ਦੇਖਾਂ, ਮੇਰੇ ਕੋਲ ਪਿੱਛੇ ਮੁੜ ਕੇ ਦੇਖਣ ਲਈ ਕਿ ਰਹਿ ਕੀ ਜਾਏਗਾ। ਮੇਰੇ ਕੋਲ ਪਿੱਛੇ ਮੁੜ ਕੇ ਦੇਖਣ ਲਈ ਕੁਝ ਵੀ ਨਹੀਂ ਰਹਿ ਜਾਣਾ। ਮੈਨੂੰ ਇਹ ਲੱਗੇਗਾ ਕਿ ਮੈਂ ਸ਼ਾਇਦ ਉਦੋਂ ਕਰ ਲੈਂਦੀ। ਪਰ ਹੁਣ ਹਾਂ, ਅੱਜ ਮੈਂ 42 ਸਾਲ ਦੀ ਹਾਂ, ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨੇ ਮੈਂ ਆਪਣੀ ਲਾਈਫ 'ਚ ਮਿਸ ਕਰ ਗਈ ਹਾਂ, ਜੋ ਪਿੱਛੇ ਚਲੀਆਂ ਗਈਆਂ, ਜਿਨ੍ਹਾਂ ਨੂੰ ਮੈਂ ਦੁਬਾਰਾ ਠੀਕ ਨਹੀਂ ਕਰ ਸਕਦੀ। ਪਰ ਹੁਣ ਜਬ ਜਾਗੋ ਤभी ਸਵੇਰਾ। ਥੈਂਕ ਯੂ। ਥੈਂਕ ਯੂ। ਇਹ ਇੱਕ ਇਨਸਪੀਰੇਸ਼ਨ ਹੈ ਪੰਜਾਬ ਦੇ ਉਹਨਾਂ ਲੜਕੀਆਂ ਵਾਸਤੇ ਜੋ ਕਿ ਆਪਣੇ ਘਰਾਂ 'ਚ ਨੇ, ਜੋ ਕਿ ਕਈ ਵਾਰ ਆਪਣੇ ਟੈਲੈਂਟ ਨੂੰ ਦਬਾ ਦਿੰਦੀਆਂ ਨੇ, ਲੇਕਿਨ ਉਹਨਾਂ ਵਾਸਤੇ ਇੱਕ ਮਿਸਾਲ ਬਣ ਕੇ ਆਏ ਨੇ। ਤਾਂ ਉਹਨਾਂ ਨੇ ਕਿਹਾ ਕਿ ਮੈਂ 42 ਸਾਲ ਦੀ ਉਮਰ 'ਚ ਆਪਣੇ ਸੁਪਨੇ ਪੂਰੇ ਕਰਨ ਆਈ ਹਾਂ। ਤਾਂ ਟੀਚਾ ਇਹੋ ਸੀ ਕਿ ਜੋ ਇੱਕ ਬੱਚੀ ਨੇ ਸੁਪਨਾ ਕੁਝ ਸਾਲ ਪਹਿਲੇ, ਕੁਝ ਹੀ ਇੱਕ ਡੈਕੇਡ ਦੀ ਗੱਲ ਕਰੀਏ ਕਿ ਦੇਖਿਆ ਸੀ, ਤਾਂ ਉਹ ਸੁਪਨਾ ਸੱਚਾਈ 'ਚ ਬਦਲੇ। ਤੇ ਇਸ ਕਰਕੇ ਮੈਂ ਮਿਹਨਤ ਕੀਤੀ ਤੇ 42 ਸਾਲ ਦੀ ਉਮਰ 'ਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੈਂ ਆਪਣੀ ਜਿਹੜੀ ਅੰਦਰਲੀ ਸੁੰਦਰਤਾ ਹੈ ਉਸ ਨੂੰ ਪ੍ਰੈਜ਼ੈਂਟ ਕੀਤਾ ਤੇ ਅੱਜ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਪੰਜਾਬ ਦਾ ਨਾਮ ਰੋਸ਼ਨ ਕੀਤਾ। ਤੇ ਨਾਲ ਨਾਲ ਉਹਨਾਂ ਨੇ ਹੋਰ ਵੀ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਬੱਚਿਆਂ ਦੇ ਟੈਲੈਂਟ ਹੈ ਤਾਂ ਉਹ ਜ਼ਰੂਰ ਅੱਗੇ ਆਉਣ, ਆਪਣੇ ਆਪ ਦੇ ਵਿੱਚ ਕੌਨਫੀਡੈਂਸ ਪੈਦਾ ਕਰਨ ਤਾਂ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕਣ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।